ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਉਪਰਾਲਾ 2020 ਲਰਨਿੰਗ ਪਲੱਸ ਕੁਇਜ਼ ਵਿੱਚ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਾਪ ਸਾਹਿਬ ਦੀ ਵਿਚਾਰ ਦੇ ਭਾਗ 17 ਦੀ ਵਾਰੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਆਓ ਸਭ ਤੋਂ ਪਹਿਲਾਂ ਉਚਾਰਨ ਵੱਲ ਧਿਆਨ ਦਈਏ ਜੀ। ਚਾਤਰੀ ਛੰਦ अपंग है, अनंग है, अपेख है, अलेख है, अपरम है, अकर्म है, अनाद है, जुगाद है, अजय है, अभय है, अपूत है, अतूत है, अनास है, उदास है, अतंद है, अबंध है, अभगत है, विरक्त है, अनास है, प्रकाश है, निचिंत है, सुनिंत है, अलिख है, अधिक है, अलेख है, अपेख है, अटाह है, अगाह है, असंभ है, अगंभ है, अनील है, अनाद है, अनित है, सुनित है, अजात है, अजाद है। ਚਾਤਰੀ ਛੰਦ ਜਿਵੇਂ ਕਿ ਅਸੀਂ ਪਹਿਲੇ ਵੀ ਵਿਚਾਰ ਕੀਤੀ ਸੀਗੀ, ਚੁਸਤ ਗਤੀ ਵਾਲਾ ਛੰਦ ਜਿਹਦਾ ਜਿਹੜਾ ਚਲਨ ਹੈ ਤੇਜ਼ ਹੁੰਦਾ ਹੈ, ਤੇਜ਼ ਪ੍ਰਗਤੀ ਵਾਲਾ ਹੈ। ਚੁਸਤ ਇਹਦਾ ਕਹਿ ਸਕਦੇ ਹਾਂ ਕਿ ਇਹਦੀ ਪ੍ਰਕਿਰਤੀ ਹੈ। ਅਭੰਗ ਹੈ ਜੋ ਭੰਗਿਆ ਨਹੀਂ ਜਾ ਸਕਦਾ, ਭਾਵ ਜਿਹਨੂੰ ਨਾਸ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਜਿਹੜੇ ਅਧਿਕਤਰ ਜਿਹੜੇ ਆਏ ਨੇ ਵਰਡ ਇਹਦੇ ਵਿੱਚ, ਉਹ ਅਸੀਂ ਜ਼ਿਆਦਾਤਰ ਉਹਦੀ ਆਲਰੇਡੀ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਇਸ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਦਾ ਸਿਰਫ ਅਸੀਂ ਇਸ਼ਾਰਾ ਮਤ ਲੈ ਲਈਏ, ਤੇ ਅਗਰ ਜਿਹੜੇ ਸ਼ਬਦ ਜਿਹੜੇ ਨਵੇਂ ਆਏ ਉਸ ਤੇ ਅਸੀਂ ਥੋੜਾ ਜਿਹਾ ਤਾਂ ਕਿ ਜ਼ਿਆਦਾ ਸਮਾਂ ਲਗਾ ਸਕੀਏ। ਤੇ ਅਭੰਗ ਹੈ ਯਾਨੀ ਕਿ ਜਿਸ ਨੂੰ ਨਾਸ ਨਹੀਂ ਕੀਤਾ ਜਾ ਸਕਦਾ, ਜੋ ਪਰਮਾਤਮਾ ਹੈ ਉਹ ਨਾਸ ਤੋਂ ਰਹਿਤ ਹੈ। ਅਨੰਗ ਹੈ, ਅਨ ਜਮਾ ਅੰਗ, ਜਿਹਦਾ ਕੋਈ ਅੰਗ ਨਹੀਂ, ਭਾਵ ਜਿਹਦਾ ਕੋਈ ਸਰੀਰ ਨਹੀਂ, ਜੋ ਪਰਮਾਤਮਾ ਹੈ ਉਹ ਸਰੀਰ ਤੋਂ ਰਹਿਤ ਹੈ। ਅਭੇਖ ਹੈ, ਭੇਖ ਪਹਿਰਾਵਾ, ਵੇਸ ਪਰਮਾਤਮਾ ਦਾ ਕਹਿ ਸਕਦੇ ਹਾਂ ਕਿ ਕੋਈ ਇੱਕ ਖਾਸ ਭੇਸ ਨਹੀਂ ਹੈ, ਕਿਸੇ ਉਹ ਖਾਸ ਭੇਸ ਵਿੱਚ ਨਹੀਂ ਹੈ। ਅਲੇਖ ਹੈ, ਹਰ ਕੋਈ ਦੁਨਿਆਵੀ ਜਿਹੜਾ ਜੀਵ ਹੈ ਕਿਤੇ ਨਾ ਕਿਤੇ ਉਹ ਲੇਖੇ ਵਿੱਚ ਹੈ, ਪਰ ਜੋ ਪਰਮਾਤਮਾ ਹੈ ਉਹ ਲੇਖ ਹੈ, ਭਾਵ ਲੇਖੇ ਤੋਂ ਪਰੇ ਹੈ, ਤੇ ਨਾ ਹੀ ਉਹਨੂੰ ਕੋਈ ਲਿਖ ਸਕਦਾ ਪੂਰਨ ਤੌਰ ਤੇ। ਉਹਦੀ ਮਹਿਮਾ ਨੂੰ ਉਹ ਲਿਖਣ ਤੋਂ ਵੀ ਪਰੇ ਹੈ। ਅਭਰਮ ਹੈ, ਪਰਮਾਤਮਾ ਜਿਹੜਾ ਹੈ ਉਹ ਭਰਮ ਤੋਂ ਪਰੇ ਹੈ, ਵਹਿਮਾਂ ਭਰਮਾਂ ਵਿੱਚ ਨਹੀਂ ਆਉਂਦਾ। ਅਕਰਮ ਹੈ, ਪਰਮਾਤਮਾ ਜਿਹੜਾ ਹੈ ਉਸ ਨੂੰ ਜਿਵੇਂ ਦੁਨਿਆਵੀ ਜੀਵਾਂ ਨੂੰ ਕਰਮ ਕਰਨੇ ਪੈਂਦੇ ਆ, ਪਰ ਪਰਮਾਤਮਾ ਜਿਹੜਾ ਹੈ ਉਹ ਕਰਮ ਤੋਂ ਰਹਿਤ ਹੈ, ਉਹਨੂੰ ਕੋਈ ਖਾਸ ਜਿਹੜੇ ਕਰਮ ਆ ਉਹ ਕਰਨ ਦੀ ਲੋੜ ਨਹੀਂ ਪੈਂਦੀ। ਅਨਾਦ ਹੈ, ਜੋ ਪਰਮਾਤਮਾ ਹੈ ਅਨ ਜਮਾ ਆਦ, ਭਾਵ ਆਦ ਤੋਂ ਰਹਿਤ ਹੈ, ਯਾਨੀ ਕਿ ਸ਼ੁਰੂਆਤ ਤੋਂ ਰਹਿਤ ਹੈ। ਜੁਗਾਦ ਹੈ, ਜੁਗਾਦ ਜਮਾ ਜੁਗ ਜਮਾ ਆਦ, ਇਹ ਅਸੀਂ ਪਹਿਲੇ ਹੀ ਵਿਚਾਰ ਕਰ ਚੁੱਕੇ ਹਾਂ, ਯਾਨੀ ਕਿ ਜੁਗਾਂ ਦੀ ਸ਼ੁਰੂਆਤ ਤੋਂ ਹੀ ਪਰਮਾਤਮਾ ਜਿਹੜਾ ਹੈ ਉਹ ਸੱਚ ਹੈ। ਅਜੈ ਹੈ, ਜਿਹਨੂੰ ਕੋਈ ਜਿੱਤ ਨਹੀਂ ਸਕਦਾ, ਪਰਮਾਤਮਾ ਜਿਹੜਾ ਹੈ ਜਿੱਤਣ ਤੋਂ ਰਹਿਤ ਹੈ। ਅਬੈ ਹੈ, ਬੈ ਭਾਵ ਹੋ ਗਿਆ ਵਿਨਾਸ਼, ਤੇ ਜੋ ਪਰਮਾਤਮਾ ਹੈ ਉਹ ਅਵਿਨਾਸ਼ੀ ਹੈ, ਅਸੀਂ ਕਈ ਵਾਰ ਪੜ੍ਹ ਚੁੱਕੇ ਹਾਂ, ਤੇ ਜੋ ਇਸ ਲਈ ਪਰਮਾਤਮਾ ਨੂੰ ਕੋਈ ਨਾਸ ਨਹੀਂ ਕਰ ਸਕਦਾ, ਉਹ ਅਬੈ ਹੈ, ਯਾਨੀ ਕਿ ਨਾਸ ਤੋਂ ਰਹਿਤ ਹੈ। ਅਭੂਤ ਹੈ, ਅਭੂਤ ਪੰਜ ਭੂਤਕ ਸਰੀਰ ਤੋਂ ਨਹੀਂ ਬਣਿਆ ਪਰਮਾਤਮਾ, ਜਿਵੇਂ ਅਸੀਂ ਸਾਰੇ ਜਿਹੜੇ ਪੰਜ ਭੂਤਕ ਸਰੀਰ ਤੋਂ ਬਣੇ ਆ, ਪਰ ਪਰਮਾਤਮਾ ਜਿਹੜਾ ਹੈ ਉਹ ਪੰਜ ਭੂਤਕ ਸਰੀਰ ਤੋਂ ਪਰੇ ਹੈ। ਅਤੂਤ ਹੈ, ਜੋ ਪਰਮਾਤਮਾ ਹੈ ਉਹਨੂੰ ਕੋਈ ਹਿਲਾ ਨਹੀਂ ਸਕਦਾ, ਉਹ ਕਹਿ ਸਕਦੇ ਹਾਂ ਕਿ ਇੱਕ ਅਜਿਹੀ ਹਸਤੀ ਹੈ ਜੋ ਅਟਲ ਹੈ, ਜੋ ਸਥਿਰ ਹੈ ਆਪਣੀ ਜਗ੍ਹਾ ਤੇ, ਹਿਲਾਣ ਤੋਂ ਪਰੇ ਹੈ, ਉਸਨੂੰ ਕੋਈ ਹਿਲਾ ਨਹੀਂ ਸਕਦਾ। ਅਨਾਸ ਹੈ, ਪਰਮਾਤਮਾ ਜਿਹੜਾ ਹੈ ਉਹ ਨਾਸ ਤੋਂ ਰਹਿਤ ਹੈ, ਉਹਨੂੰ ਕੋਈ ਨਾਸ ਨਹੀਂ ਕਰ ਸਕਦਾ, ਨਾ ਉਹ ਕਦੀ ਨਾਸ ਹੁੰਦਾ ਹੈ, ਅਸੀਂ ਪੜ੍ਹ ਵੀ ਚੁੱਕੇ ਹਾਂ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ। ਪਰਮਾਤਮਾ ਜਿਹੜਾ ਨਾਸ ਤੋਂ ਰਹਿਤ ਹੈ। ਉਦਾਸ ਹੈ, ਉਦਾਸ ਭਾਵ ਜੋ ਇਹ ਦੁਨਿਆਵੀ ਜਿਹੜੀ ਮਾਇਆ ਹੈ ਇਸ ਤੋਂ ਪਰੇ ਹੈ, ਇਸ ਤੋਂ ਉੱਪਰ ਉੱਠਿਆ ਹੋਇਆ ਹੈ, ਇਹਦੇ ਵਿੱਚ ਉਲਝਿਆ ਨਹੀਂ ਹੋਇਆ, ਇਸ ਤੋਂ ਉਪਰਾਮ ਹੈ। ਅਤੰਦ ਹੈ, ਪਰਮਾਤਮਾ ਜਿਹੜਾ ਹੈ ਉਸ ਨੂੰ ਕੋਈ ਖਾਸ ਕਹਿ ਸਕਦੇ ਹਾਂ ਕਿ ਜਿਹੜੇ ਕਾਰ ਵਿਹਾਰ ਕਰਨ ਦੀ ਲੋੜ ਨਹੀਂ ਪੈਂਦੀ, ਕੋਈ ਉਹਨੂੰ ਧੰਦਾ ਨਹੀਂ ਕਰਨਾ ਪੈਂਦਾ, ਭਾਵ ਜਿਵੇਂ ਅਸੀਂ ਤੁਸੀਂ ਸਾਰੇ ਕੋਈ ਨਾ ਕੋਈ ਕੰਮ ਕਰਦੇ ਹਾਂ, ਕਾਰ ਵਿਹਾਰ ਕਰਦੇ ਹਾਂ ਰੋਜ਼ਗਾਰ ਲਈ, ਲੇਕਿਨ ਪਰਮਾਤਮਾ ਨੂੰ
ਅਜਿਹਾ ਕੋਈ ਜਿਹੜਾ ਹੈ ਬੰਧਨ ਨਹੀਂ ਹੈ, ਉਹ ਅਤੰਦ ਹੈ, ਉਹ ਅਜਿਹੇ ਧੰਦਿਆਂ ਤੋਂ ਰਹਿਤ ਹੈ, ਅਬੰਧ ਹੈ। ਇੱਥੇ ਵੀ ਉਹੀ ਗੱਲ ਆ ਗਈ, ਜੋ ਪਰਮਾਤਮਾ ਹੈ ਉਹ ਬੰਧਨਾਂ ਤੋਂ ਰਹਿਤ ਹੈ, ਉਸਨੂੰ ਕਿਸੇ ਚੀਜ਼ ਦਾ ਕੋਈ ਬੰਧਨ ਨਹੀਂ, ਨਾ ਉਹਨੂੰ ਕੋਈ ਬੰਧ ਸਕਦਾ ਹੈ, ਇਸ ਲਈ ਉਹ ਪੂਰਨ ਤੌਰ ਤੇ ਅਬੰਧ ਹੈ, ਭਾਵ ਬੰਧਨ ਤੋਂ ਰਹਿਤ ਹੈ। ਅਭਗਤ ਹੈ, ਜਿਵੇਂ ਅਸੀਂ ਸਾਰੇ ਜਿਹੜੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਪਰਮਾਤਮਾ ਦੇ ਜਿਹੜੇ ਅਸੀਂ ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਸ ਲਈ ਜਿਹੜਾ ਹੈ ਨਾਮ ਭਗਤ ਪੈ ਜਾਂਦਾ ਹੈ। ਭਗਤ ਦਾ ਇੱਕ ਹੋਰ ਅਰਥ ਹੁੰਦਾ ਹੈ ਪਿਆਰ, ਹੈ ਨਾ, ਭਗਤੀ ਜਿਵੇਂ, ਤੇ ਭਗਤੀ ਕਰਨਾ, ਉਹਨੂੰ ਆਰਾਧਨਾ। ਤੇ ਪਰਮਾਤਮਾ ਜਿਹੜਾ ਉਸ ਨੂੰ ਕਿਸੇ ਦੀ ਭਗਤੀ ਕਰਨ ਦੀ ਲੋੜ ਨਹੀਂ ਪੈਂਦੀ, ਤੇ ਉਹ ਕਿਸੇ ਦਾ ਭਗਤ ਨਹੀਂ ਪਰਮਾਤਮਾ ਜਿਹੜਾ ਹੈ, ਕਿਉਂਕਿ ਉਹਦੇ ਸਾਰੇ ਭਗਤ ਆ ਪਰ ਉਹ ਕਿਸੇ ਦਾ ਭਗਤ ਨਹੀਂ ਹੈ, ਇਸ ਲਈ ਉਹ ਅਭਗਤ ਹੈ। ਤੇ ਦੂਜੀ ਗੱਲ ਇਹ ਆ ਕਿ ਬਿਰਕਤ ਹੈ। ਬਿਰਕਤ ਭਾਵ ਦੁਨਿਆਵੀ ਜਿਹੜੇ ਜਿੰਨੇ ਵੀ ਪਦਾਰਥ ਹੈ ਉਹਨੂੰ, ਉਸ ਤੋਂ ਪਰਮਾਤਮਾ ਜਿਹੜਾ ਹੈ ਉਹ ਪ੍ਰਭਾਵਿਤ ਨਹੀਂ ਹੁੰਦਾ, ਉਸ ਦੇ ਮੋਹ ਵਿੱਚ ਫਸਦਾ ਨਹੀਂ ਹੈ। ਬਿਰਕਤ ਜਿਹੜਾ ਕਹਿ ਸਕਦੇ ਹਾਂ ਕਿ ਜਿਸ ਨੂੰ ਕੋਈ ਵੀ ਦੁਨਿਆਵੀ ਜਿਹੜਾ ਪਦਾਰਥ ਹੈ ਖਿੱਚ ਨਹੀਂ ਪਾਉਂਦਾ, ਇਸ ਲਈ ਉਹ ਬਿਰਕਤ ਹੈ। ਜੋ ਸਾਰੇ ਵੀ ਜਿੰਨੇ ਵੀ ਅਸੀਂ ਤੁਸੀਂ ਹੈਗੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਇੱਕ ਮਾਇਆ ਵਿੱਚ ਉਲਝੇ ਹੋਏ ਆ, ਪਦਾਰਥਾਂ ਦੇ ਨਾਲ ਜੁੜੇ ਹੋਏ, ਪਰ ਪਰਮਾਤਮਾ ਜਿਹੜਾ ਨਹੀਂ ਹੈ ਉਹ ਬਿਰਕਤ ਹੈ, ਭਾਵ ਇਹ ਸਾਰੇ ਪਦਾਰਥ ਜਿੰਨੇ ਵੀ ਦੁਨੀਆ ਦੇ ਹਨ ਕਿਉਂਕਿ ਉਹਨੇ ਆਪ ਬਣਾਏ ਹਨ, ਇਸ ਲਈ ਉਹਨੂੰ ਇਹ ਖਿੱਚ ਨਹੀਂ ਪਾਉਂਦੇ। ਉਹ ਇਸ ਪਰਮਾਤਮਾ ਜਿਹੜਾ ਹੈ ਇਹਨਾਂ ਪਦਾਰਥਾਂ ਦੇ ਮੋਹ ਤੋਂ ਪਰੇ ਹੈ। ਅਨਾਸ ਹੈ, ਜਿਸ ਨੂੰ ਨਾਸ ਨਹੀਂ ਕੀਤਾ ਜਾ ਸਕਦਾ। ਪ੍ਰਕਾਸ਼ ਹੈ, ਜੋ ਪਰਮਾਤਮਾ ਹੈ ਉਹ ਪ੍ਰਕਾਸ਼ ਸਰੂਪ ਹੈ, ਭਾਵ ਗਿਆਨ ਸਰੂਪ ਹੈ। ਅਜਿਹਾ ਨਹੀਂ ਹੈ ਜੋ ਅੰਧੇਰੇ ਵਿੱਚ ਹੋਵੇ, ਕਿਉਂਕਿ ਉਹ ਸਭ ਨੂੰ ਰੋਸ਼ਨੀ ਦੇਣ ਵਾਲਾ ਹੈ, ਤੇ ਆਪ ਪ੍ਰਕਾਸ਼ਮਾਨ ਹੈ, ਭਾਵ ਗਿਆਨ ਦਾ ਭੰਡਾਰ ਹੈ। ਨਿਚਿੰਤ ਹੈ, ਜਿਸ ਨੂੰ ਕੋਈ ਚਿੰਤਾ ਨਹੀਂ। ਦੇਖਿਆ ਜਾਏ ਅਕਸਰ ਦੁਨਿਆਵੀ ਜੀਵ ਜਿਹੜੇ ਆ ਉਹ ਜ਼ਿਆਦਾਤਰ ਚਿੰਤਿਤ ਹੀ ਹੁੰਦੇ ਆ, ਚਿੰਤਾ 'ਚ ਹੀ ਰਹਿੰਦੇ ਆ, ਤੇ ਲੇਕਿਨ ਜੋ ਪਰਮਾਤਮਾ ਜਿਹਨੂੰ ਅਸੀਂ ਆਰਾਧਦੇ ਹਾਂ ਉਹ ਚਿੰਤਾ ਤੋਂ ਰਹਿਤ ਹੈ, ਉਹਦਾ ਇੱਕ ਗੁਣ ਹੈ। ਤੇ ਜਿਹਨੂੰ ਕਹਿੰਦੇ ਆ ਕਿ ਜਪਦੇ ਹਾਂ ਅਸੀਂ, ਤੇ ਉਹਦੇ ਗੁਣ ਜਿਹੜੇ ਆ ਸਾਡੇ ਵਿੱਚ ਵੀ ਆਉਂਦੇ ਆ, ਤੇ ਇਸ ਲਈ ਕੋਸ਼ਿਸ਼ ਕਰਨੀ ਹੈ ਅਸੀਂ ਪਰਮਾਤਮਾ ਨੂੰ ਜੋ ਜਪ ਰਹੇ ਹਾਂ ਤੇ ਸਮਝੀਏ ਉਹਦੇ 'ਚ ਕਿਹੜੇ ਗੁਣ ਆ, ਤੇ ਉਸਨੂੰ ਆਪਣੇ ਅੰਦਰ ਵੀ ਜਿਹੜੀ ਹੈ ਉਹ ਧਾਰਨ ਦੀ ਕੋਸ਼ਿਸ਼ ਕਰੀਏ, ਤੇ ਆਪਾਂ ਵੀ ਨਿਸ਼ਚਿੰਤ ਹੋ ਕੇ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰਨ ਦੀ ਕੋਸ਼ਿਸ਼ ਕਰੀਏ। ਸੁਨਿੰਤ ਹੈ, ਜੋ ਪਰਮਾਤਮਾ ਹੈ ਉਹ ਨਿਚਿੰਤ ਤੇ ਹੈ ਹੀ ਹੈ, ਤੇ ਨਾਲ ਦੇ ਨਾਲ ਹੀ ਸੁਨਿੰਤ ਹੈ, ਭਾਵ ਜਿਹੜਾ ਹੈ ਉਹ ਹਮੇਸ਼ਾ ਲਈ ਕਾਇਮ ਹੈ। ਜੋ ਪਰਮਾਤਮਾ ਹੈ ਇਹ ਨਹੀਂ ਕਿ ਅੱਜ ਹੈ ਔਰ ਕੱਲ ਨਹੀਂ ਹੋਏਗਾ, ਨਹੀਂ। ਜੋ ਪਰਮਾਤਮਾ ਦੀ ਜਿਹੜੀ ਹੋਂਦ ਹੈ, ਜਿਹੜੀ ਹਸਤੀ ਹੈ, ਕਿਉਂਕਿ ਜਿਵੇਂ ਇੱਕ ਦੁਨਿਆਵੀ ਜੀਵ ਹੈ, ਉਹਨੇ ਜਨਮ ਲਿੱਤਾ ਹੈ ਤੇ ਕੱਲ ਨੂੰ ਉਹਨੇ ਇਸ ਦੁਨੀਆ ਤੋਂ ਕੂਚ ਵੀ ਕਰਨਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ ਹੈ। ਲੇਕਿਨ ਜੋ ਪਰਮਾਤਮਾ ਹੈ ਉਹ ਹਮੇਸ਼ਾ ਜਿਹੜਾ ਹੈ ਉਹ ਕਾਇਮ ਰਹਿਣ ਵਾਲੀ ਜਿਹੜੀ ਹਸਤੀ ਹੈ। ਸੁਨਿੰਤ ਹੈ। ਉਹਦੇ ਬਾਅਦ ਹੈ ਅਲਿਖ ਹੈ, ਜਿਹਨੂੰ ਕੋਈ ਲਿਖ ਨਹੀਂ ਸਕਦਾ। ਜੋ ਪਰਮਾਤਮਾ ਹੈ ਉਹਦਾ ਕੋਈ ਇੱਕ ਗੁਣ, ਦੋ ਗੁਣ, ਚਾਰ ਗੁਣ, ਜਿੰਨੇ ਗੁਣ ਕਹਿ ਲਈਏ ਘੱਟ ਹੀ ਲੱਗਦੇ ਆ, ਕਿਉਂਕਿ ਉਹ ਬੇਅੰਤ ਗੁਣਾਂ ਦਾ ਮਾਲਕ ਹੈ, ਇਸ ਲਈ ਉਸਨੂੰ ਪੂਰਨ ਤੌਰ ਤੇ ਲਿਖਿਆ ਨਹੀਂ ਜਾ ਸਕਦਾ, ਲਿਖਣ ਤੋਂ ਰਹਿਤ ਹੈ। ਅਧਿਕ ਹੈ, ਪਰਮਾਤਮਾ ਜਿਹੜਾ ਹੈ ਮਹਿਸੂਸ ਹੁੰਦਾ ਹੈ, ਪਰ ਉਹਨੂੰ ਕਹਿ ਦੇ ਕੋਈ ਦਾਅਵਾ ਕਰਦਾ, ਕਈ ਵਾਰ ਝੂਠੇ ਦਾਅਵੇ ਕਰਦੇ ਹਾਂ ਅਸੀਂ ਕਿ ਅਸੀਂ ਦੇਖ ਲਿੱਤਾ, ਅਸੀਂ ਪਾ ਲਿੱਤਾ, ਪਰ ਪਰਮਾਤਮਾ ਜਿਹੜਾ ਹੈ ਉਹਦਾ ਗੁਣ ਹੈ ਇੱਕ ਅਧਿਕ ਹੈ, ਉਹ ਦਿਖਣ ਤੋਂ ਰਹਿਤ ਹੈ। ਅਲੇਖ ਹੈ, ਅਲੇਖ ਭਾਵ ਉਹ ਆ ਗਈ ਦੁਬਾਰਾ ਗੱਲ ਕਿ ਅਸੀਂ ਤੁਸੀਂ ਕਿਤੇ ਨਾ ਕਿਤੇ ਜਿਵੇਂ ਕੋਈ ਨਾ ਕੋਈ ਲੇਖਾ ਜਿਹੜਾ ਸਾਡੇ ਕਰਮਾਂ ਦਾ ਹੈ, ਪਰ ਪਰਮਾਤਮਾ ਜਿਹੜਾ ਹੈ ਉਹ ਲੇਖੇ ਤੋਂ ਰਹਿਤ ਹੈ, ਸਭ ਦਾ ਲੇਖਾ ਲੈਣ ਵਾਲਾ ਹੈ, ਪਰ ਉਹਦਾ ਕੋਈ ਲੇਖਾ ਲੈਣ ਵਾਲਾ ਨਹੀਂ, ਇਸ ਲਈ ਉਹ ਲੇਖੇ ਤੋਂ ਪਰੇ ਹੈ। ਅਭੇਖ ਹੈ, ਪਰਮਾਤਮਾ ਜਿਹੜਾ ਹੈ ਉਹ ਭੇਖ ਨਹੀਂ ਧਾਰਦਾ, ਭਾਵ ਕੋਈ ਇੱਕ ਖਾਸ ਜਿਹੜਾ ਹੈ ਉਹਦਾ ਪਹਿਰਾਵਾ ਨਹੀਂ ਹੈ, ਜੋ ਅਸੀਂ ਪਹਿਲੇ ਵੀ ਪੜ੍ਹ ਚੁੱਕੇ ਹਾਂ, ਤੇ ਉਹ ਕਿਸੇ ਖਾਸ ਪਹਿਰਾਵੇ ਵਿੱਚ ਨਹੀਂ ਹੈ, ਹਰ ਇੱਕ ਪਹਿਰਾਵੇ ਤੋਂ ਪਰੇ ਹੈ। ਅਢਾਹ ਹੈ, ਜਿਸ ਨੂੰ ਕੋਈ ਢਾਹ ਨਹੀਂ ਸਕਦਾ, ਭਾਵ ਗਿਰਾ ਨਹੀਂ ਸਕਦਾ। ਅਗਾਹ ਹੈ, ਅਗਾਹ ਡੂੰਘਾਈ ਵਾਲਾ, ਬਹੁਤ ਗੈਰ ਗੰਭੀਰ ਸੋਚ ਵਾਲਾ ਜੋ ਹੈ ਉਹ ਪਰਮਾਤਮਾ ਹੈ। ਅਸੰਭ ਹੈ, ਅਸੰਭਵ ਜਿਵੇਂ ਕਹਿੰਦੇ ਨਾ ਅਸੰਭਵ, ਕਿ ਪਰਮਾਤਮਾ ਨੂੰ ਆਪਣੇ ਚਿੱਤ ਚੇਤੇ ਵਿੱਚ ਲੈ ਕੇ ਆਉਣਾ। ਅਗਰ ਕੋਈ ਕਹੇ ਮੈਂ ਪੂਰਨ ਤਰੀਕੇ ਦੇ ਨਾਲ ਜਿਹੜਾ ਹੈ ਪਰਮਾਤਮਾ ਦਾ ਜਿਹੜਾ ਹੈ ਆਪਣਾ ਵਿਚਾਰ ਵਿੱਚ ਲਿਆ ਹੈ ਆਪਣੇ, ਤੇ ਉਹ ਝੂਠ ਬੋਲ ਰਿਹਾ, ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਅਸੰਭ ਹੈ, ਉਸ ਨੂੰ ਸਮਝਣਾ ਜਿਹੜਾ ਹੈ ਉਹ ਅਸੰਭਵ ਹੈ, ਸਮਝ ਤੋਂ ਬਹੁਤ ਹੀ ਜ਼ਿਆਦਾ ਉਹ ਪਰੇ ਹੈ। ਅਗੰਭ ਹੈ, ਦੁਬਾਰਾ ਆ ਗਿਆ ਅਗੰਭ ਜਿਹੜਾ ਹੈ ਵਰਡ ਜਿਹੜਾ ਨਵਾਂ ਆਇਆ, ਲੇਕਿਨ ਜਿਹੜਾ ਇਹਦਾ ਅਰਥ ਹੈ
ਉਹ ਤਕਰੀਬਨ ਉਹੀ ਹੈ ਜੋ ਅਸੀਂ ਪਹਿਲੇ ਵੀ ਪੜ੍ਹ ਚੁੱਕੇ ਹਾਂ ਕਿ ਅਗੰਭ ਹੁੰਦਾ ਹੈ ਜੋ ਵਿਚਾਰ ਦੀ ਪਹੁੰਚ ਤੋਂ ਪਰੇ ਹੋਵੇ, ਤੇ ਜੋ ਪਰਮਾਤਮਾ ਹੈ ਉਹ ਪੂਰਨ ਤੌਰ ਤੇ ਜਿਹੜਾ ਹੈ ਉਹ ਵਿਚਾਰ ਤੋਂ ਬਹੁਤ ਹੀ ਪਰਾ ਹੈ, ਤੇ ਉਹਨੂੰ ਕੋਈ ਵੀ ਜਿਹੜਾ ਹੈ ਆਪਣੇ ਵਿਚਾਰ ਵਿੱਚ ਅਗਰ ਕੋਈ ਮੈਂ ਸੀਮਿਤ ਕਰ ਲਿਆ ਆਪਣੇ ਵਿਚਾਰਾਂ ਵਿੱਚ ਨਹੀਂ ਕਰ ਸਕਦਾ, ਚਾਹੇ ਉਹ ਕੋਈ ਗ੍ਰੰਥ ਹੋਏ, ਚਾਹੇ ਕੋਈ ਉਹ ਜੀ ਹੋਏ, ਲੇਕਿਨ ਨਹੀਂ, ਪਰਮਾਤਮਾ ਜਿਹੜਾ ਹੈ ਉਹਨੂੰ ਆਪਣੇ ਵਿਚਾਰਾਂ ਵਿੱਚ ਜਿਹੜਾ ਕੋਈ ਵੀ ਸੀਮਿਤ ਨਹੀਂ ਕਰ ਸਕਦਾ। ਹਾਂ, ਕੋਈ ਇਸ਼ਾਰਾ ਮਾਤਰ ਕੁਝ ਦੱਸਣ ਦੀ ਕੋਸ਼ਿਸ਼ ਕਰ ਸਕਦਾ ਹੈ। ਮੰਨ ਲਵੋ ਕਿ ਸਮੁੰਦਰ ਵਿੱਚੋਂ ਕਿਸ ਨੇ ਇੱਕ ਬਾਲਟੀ ਪਾਣੀ ਕੱਢ ਲਿਆ ਤੇ ਉਹ ਸੋਚੇ ਕਿ ਮੈਂ ਹੁਣ ਦਾਅਵਾ ਕਰ ਸਕਦਾ ਕਿ ਮੈਨੂੰ ਸਭ ਕੁਝ ਪਤਾ ਲੱਗ ਗਿਆ ਸਮੁੰਦਰ ਦੇ ਬਾਰੇ, ਤੇ ਉਹਦਾ ਦਾਅਵਾ ਜਿਹੜਾ ਝੂਠਾ ਹੋਏਗਾ। ਇਸ ਤਰੀਕੇ ਨਾਲ ਜੋ ਪਰਮਾਤਮਾ ਹੈ ਉਹ ਸਾਡੀ ਸੋਚ ਤੋਂ ਬਹੁਤ ਜ਼ਿਆਦਾ ਜਿਹੜਾ ਹੈ ਉੱਚਾ ਹੈ, ਪਰੇ ਹੈ, ਉਹਦਾ ਜਿਹੜਾ ਅਸੀਂ ਪਾਰ ਨਹੀਂ ਪਾ ਸਕਦੇ, ਆਪਣੇ ਵਿਚਾਰਾਂ ਵਿੱਚ ਉਹਨੂੰ ਸੀਮਿਤ ਨਹੀਂ ਕਰ ਸਕਦੇ। ਅਨੀਲ ਹੈ, ਇਹ ਜਪਜੀ ਸਾਹਿਬ ਵਿੱਚ ਵੀ ਵਰਡ ਆਉਂਦਾ ਆਦ ਅਨੀਲ ਅਨਾਦ, ਯਾਨੀ ਕਿ ਅਨੀਲ ਭਾਵ ਸ਼ੁੱਧ ਸਰੂਪ, ਕਲੰਕ ਤੋਂ ਰਹਿਤ, ਜਿਹਨੂੰ ਕੋਈ ਕਲੰਕ ਨਾ ਹੋਏ। ਤਾਂ ਪਰਮਾਤਮਾ ਜਿਹੜਾ ਹੈ ਉਹ ਕਲੰਕਾਂ ਤੋਂ ਰਹਿਤ ਹੈ। ਅਨਾਦ ਹੈ, ਅਨ ਜਮਾ ਆਦ ਭਾਵ ਸ਼ੁਰੂਆਤ ਤੋਂ ਰਹਿਤ ਹੈ। ਕੋਈ ਦੱਸ ਨਹੀਂ ਸਕਦਾ ਕਿ ਹਾਂ ਪਰਮਾਤਮਾ, ਜਿਵੇਂ ਅਸੀਂ ਤੁਸੀਂ ਹਰ ਕਿਸੇ ਦਾ ਕੋਈ ਨਾ ਕੋਈ ਡੇਟ ਆਫ ਬਰਥ ਹੈ ਨਾ, ਜਨਮ ਦੀ ਤਾਰੀਖ ਹੈਗੀ ਹੈ ਕਿ ਅਸੀਂ ਇਸ ਦਿਨ ਪੈਦਾ ਹੋਏ ਹਾਂ, ਲੇਕਿਨ ਪਰਮਾਤਮਾ ਜਿਹੜਾ ਕਦੋਂ ਤੋਂ ਹੈ ਇਹ ਕੋਈ ਨਹੀਂ ਦੱਸ ਸਕਦਾ ਕਿ ਉਹਦੀ ਸ਼ੁਰੂਆਤ ਜਿਹੜੀ ਹੈ ਕਦੋਂ ਹੋਈ ਸੀ। ਸ਼ੁਰੂਆਤ ਤੋਂ ਰਹਿਤ ਹੈ। ਅਨਿਤ ਹੈ, ਜਿਵੇਂ ਕਿ ਅਨਿਤ ਹੋ ਗਿਆ, ਇੱਕ ਹੋ ਗਿਆ ਰੋਜ਼ ਰੋਜ਼ ਅਸੀਂ ਜਿਸ ਨੂੰ ਵੇਖ ਸਕਦੇ ਹਾਂ, ਯਾਨੀ ਕਿ ਉਹ ਇੱਕ ਆਮ ਗੱਲ ਹੋ ਜਾਂਦੀ ਹੈ। ਤੇ ਅਨਿਤ ਹੋ ਗਿਆ ਜੋ ਰੋਜ਼ ਰੋਜ਼ ਨਹੀਂ ਵਿਕ ਸਕਦਾ, ਭਾਵ ਅਰਥ ਦਾ ਸਮਝਣਾ ਪਏਗਾ ਕਿ ਉਹ ਇੱਕ ਅਸਾਧਾਰਨ ਹੈ। ਇੱਕ ਹੋ ਗਿਆ ਨਿਤ ਦਾ ਹੀ, ਜਿਵੇਂ ਕਹਿ ਸਕਦੇ ਹਾਂ ਇਹ ਤੇ ਨਿਤ ਦੇ ਹੀ ਤੇਰੇ ਕੰਮ ਹੈਗੇ ਆ, ਕਈ ਵਾਰ ਕਹਿੰਦੇ ਆ ਇਹ ਬੰਦਾ ਤੇ ਨਿਤ ਹੀ ਤੁਰਿਆ ਫਿਰਦਾ ਹੈ। ਇਹ ਵਰਡ ਜਿਹੜੇ ਆ ਹੁਣ ਕਿਉਂਕਿ ਨਿਤ ਦੀ ਜਗ੍ਹਾ ਅਸੀਂ ਕਈ ਵਾਰ ਰੋਜ਼ ਵੀ ਵਰਤ ਲੈਂਦੇ ਆ, ਤੇ ਨਿਤ ਵੀ ਇੱਕ ਵਰਡ ਹੈਗਾ, ਯਾਨੀ ਕਿ ਉਹਦਾ ਭਾਵ ਅਰਥ ਜਿਵੇਂ ਨਿਤ ਨੇਮ ਪੜ੍ਹਦੇ ਆ ਨਾ, ਯਾਨੀ ਕਿ ਰੋਜ਼ਾਨਾ ਦਾ ਨੇਮ ਯਾਨੀ ਕਿ ਨਿਯਮ। ਇਸੇ ਤਰੀਕੇ ਨਾਲ ਅਨਿਤ ਹੈ ਭਾਵ ਜੋ ਪਰਮਾਤਮਾ ਹੈ ਉਹ ਇੱਕ ਅਸਾਧਾਰਨ ਕਹਿ ਸਕਦੇ ਹਾਂ, ਉਹਦੀ ਜਿਹੜੀ ਆਭਾ ਹੈ, ਉਹਦਾ ਜਿਹੜਾ ਸਰੂਪ ਹੈ ਉਹ ਸਭ ਤੋਂ ਨਿਆਰਾ ਹੈ, ਉਹ ਆਮ ਨਹੀਂ ਹੈ, ਉਹ ਖਾਸ ਹੈ। ਤੇ ਸੁਨਿਤ ਹੈ, ਸੁਨਿਤ ਪਰਮਾਤਮਾ ਜਿਹੜਾ ਹੈ, ਜਿਵੇਂ ਕਿ ਅਨਿਤ ਜਿੱਥੇ ਹੈ ਉਹਦੇ ਨਾਲ ਹੀ ਸੁਨਿਤ ਹੈ। ਸੁਨਿਤ ਦਾ ਭਾਵ ਉਹੀ ਗੱਲ ਹੋ ਗਈ ਕਿ ਸਦਾ ਕਾਇਮ ਵਾਲਾ, ਯਾਨੀ ਕਿ ਹਰ ਰੋਜ਼ ਹੈ। ਸੂ ਜਮਾ ਨਿਤ, ਯਾਨੀ ਕਿ ਹਰ ਰੋਜ਼ ਵਿੱਚ, ਯਾਨੀ ਕਿ ਹਰ ਇੱਕ ਦਿਨ ਵਿੱਚ ਜੋ ਪਰਮਾਤਮਾ ਹੈ ਉਹ ਮੌਜੂਦ ਹੈ, ਹਰ ਇੱਕ ਸਮੇਂ ਵਿੱਚ ਮੌਜੂਦ ਹੈ, ਹਰ ਇੱਕ ਦਿਨ ਵਿੱਚ ਪਰਮਾਤਮਾ ਜਿਹੜਾ ਉਹ ਮੌਜੂਦ ਹੈ। ਅਜਾਤ ਹੈ, ਕਿਸੇ ਵੀ ਜਾਤ ਦੇ ਬੰਧਨ ਵਿੱਚ ਨਹੀਂ ਹੈ ਪਰਮਾਤਮਾ ਜਿਹੜਾ ਹੈ ਜਾਤ ਪਾਤ ਤੋਂ ਉੱਪਰ ਹੈ, ਇਸ ਲਈ ਉਹ ਆਜ਼ਾਦ ਹੈ, ਉਹਦੀ ਕੋਈ ਖਾਸ ਜਾਤ ਨਹੀਂ। ਆਜ਼ਾਦ ਹੈ, ਆਜ਼ਾਦ ਭਾਵ ਮੁਕਤ ਹੈ, ਬੰਧਨਾਂ ਤੋਂ ਮੁਕਤ ਹੈ, ਆਜ਼ਾਦੀ ਵਾਲਾ ਹੈ, ਉਸ ਨੂੰ ਕੋਈ ਆਪਣੇ ਬੰਧਨਾਂ ਵਿੱਚ ਨਹੀਂ ਰੱਖ ਸਕਦਾ, ਇਸ ਲਈ ਪਰਮਾਤਮਾ ਜਿਹੜਾ ਉਹ ਆਜ਼ਾਦ ਹਸਤੀ ਹੈ। ਸੋ ਇਸ ਭਾਗ ਵਿੱਚ ਆਪਾਂ ਇਸ ਨਹੀਂ ਵਿਚਾਰ ਕਰਨੇ ਸੀਗੇ, ਅਗਲੇ ਭਾਗ ਦੇ ਨਾਲ ਜਲਦੀ ਹੀ ਆਪਦੇ ਸਨਮੁਖ ਹੋਵਾਂਗੇ। ਅਗਰ ਆਪ ਜੀ ਦਾ ਕੋਈ ਸਵਾਲ ਜਵਾਬ ਹੋਏ ਤਾਂ ਬਿਲਕੁਲ ਆਪ ਜੀ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।